ਲੇਖਕ ਗਿਆਨੀ ਮੋਹਨ ਸਿੰਘ ਆਜ਼ਾਦ ਦੀ ਪੁਸਤਕ ਹੈ ਜੀਵਨ ਗਾਥਾ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ ਸਣੇ ਉੱਤਰਾਧਿਕਾਰੀਆਂ ਦੇ ਪਵਿੱਤਰ ਜੀਵਨ। ਲੇਖਕ ਵੱਲੋਂ 2002 ਬਿਕਰਮੀ ਦਾ ਭਾਗਾਂ ਭਰਿਆ ਜੇਠ ਆਇਆ। ਹਰੀ ਦੇ ਨਾਲ ਜੁੜਨ ਦਾ ਉਪਦੇਸ਼ ਕਰਨ ਵਾਲਾ ਜੇਠ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਆਮ ਦੁਨੀਆ ਵਾਸਤੇ ਜੋ ਦੁਖਦਾਈ ਤੇ ਤਪਸ਼ ਵਾਲਾ ਜੇਠ ਹੈ, ਉਹ ਸਾਧੂ ਦੀ ਸੰਗਤ ਦੁਆਰਾ ਆਨੰਦ ਤੇ ਸੁਖਦਾਈ ਬਣ ਜਾਂਦਾ ਹੈ। ਹਰ ਜੇਠ ਰੰਗੀਲਾ ਤਿਸਤਣੀ, ਜਿਸ ਕੈ ਭਾਗ ਮਥਨ। ਅੱਜ 27 ਜੇਠ ਬਿਕਰਮੀ ਸੰਮਤ 2002 ਮੁਤਾਬਕ 10 ਜੂਨ 1945 ਈਸਵੀ ਐਤਵਾਰ ਦਾ ਸ਼ੁਭ ਦਿਹਾੜਾ ਹੈ, ਜਦ ਕਿ ਪਹਿਲੀ ਵਾਰ ਕਰਮਸਰ ਦੀ ਪਾਵਨ ਧਰਤੀ ਦਾ ਦੀਦਾਰ ਕੀਤਾ। ਤੀਰਥਾਂ ਨੂੰ ਪਵਿੱਤਰ ਕਰਨਹਾਰ ਬੀਤਰਾਗ ਸਾਧੂ ਦੀ ਚਰਨ ਧੂੜੀ ਦੇ ਕਿਣਕੇ ਪਸਰੇ। ਮਨ ਨੂੰ ਟਿਕਾਊ ਤੇ ਸ਼ਾਂਤੀ ਅਨੁਭਵ ਹੋਈ। ਦੂਸਰੇ ਦਿਨ ਅੰਮ੍ਰਿਤ ਵੇਲੇ ਸ੍ਰੀ ਹਜ਼ੂਰ ਸੰਤ ਜੀ ਮਹਾਰਾਜ ਦਾ ਦੀਦਾਰ ਕਰਕੇ ਮਸਤੀ ਚੜ੍ਹ ਗਈ। ਦੇਸ ਕਾਲ ਵਿਸਰ ਗਿਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਸ ਸਮੇਂ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਆਪਣੀ ਕਿਸਮਤ ਦੇ ਉਜਾਲੇ ਵੱਲ ਤੱਕਣ ਲੱਗਾ ਤਾਂ ਕਿਸੇ ਕਵੀ ਨੇ ਆਪਣੇ ਪ੍ਰੀਤਮ ਦੀ ਯਾਦ 'ਚ ਉਚਾਰਨ ਕੀਤੇ ਬਚਨ ਮੇਰੇ ਕੰਨਾਂ 'ਚ ਇਉਂ ਗੂੰਜਣ ਲੱਗੇ, ਜੋ ਸੱਚਮੁੱਚ ਮੇਰੇ ਆਪਣੇ ਉੱਪਰ ਹੀ ਘਟਦੇ ਹਨ। ਧੂਣੀ ਲਗਾਏ ਬੈਠਾ ਹੂੰ ਮੰਦਰ ਕੇ ਸਾਹਮਣੇ, ਬੇਘਰ ਹੁਆ ਹੂੰ ਆਜ किसी घर के सामने। हंसता है ज़माना ये मेरी खूबी ये किस्मत, बेज़र को खींच लाई बाज़र के सामने। बेशक न एक बूंद भी पीने को हो नसीब, रोता रहे पपीहा अंबर के सामने। मिल जाए मुझे भीख मैं वो सबरो कनायत, फिर अर्ज करूँ ना तवांगर के सामने। बन बन के बिगड़ जाए ना तस्वीर मुकद्दर, निर्मल यह इल्तजा है मसव्वर के सामने। उस समय मेरी दिली शरदा तक के मेहरबान ने मेहर करके नाम ਦੀ ਦਾਤ ਬਖਸ਼ ਕੇ ਸੇਵਾ ਸਿਮਰਨ ਤੇ ਪਰਉਪਕਾਰ ਦਾ ਉੱਤਮ ਉਪਦੇਸ਼ ਕੀਤਾ। ਜਿਵੇਂ ਬਿਆਸ ਜੀ ਨੇ ਲਿਖਿਆ ਕਿ ਇਹਨਾਂ ਦੋ ਗੱਲਾਂ ਵਿੱਚ ਹੀ 18 ਪੁਰਾਣਾਂ ਦਾ ਸਿਧਾਂਤ ਆ ਜਾਂਦਾ ਹੈ। ਅਸ਼ਟਾਦਸ ਪੁਰਾਣੇਸੂ ਬਿਆਸਸ ਬਚਨ ਦੁਯਮ, ਪਰਉਪਕਾਰਾਏ ਸਰਬ ਪੁੰਨਯੰ ਪਾਪਾਏ ਪਰ ਪੀੜਨ। ਪਰਉਪਕਾਰ ਦੇ ਸਮਾਨ ਕੋਈ ਪੁੰਨ ਨਹੀਂ ਤੇ ਦੂਜੇ ਨੂੰ ਦੁੱਖ ਦੇਣ ਦੇ ਸਮਾਨ ਕੋਈ ਪਾਪ ਨਹੀਂ। ਇਸੇ ਤਰ੍ਹਾਂ ਸਾਰੇ ਵੇਦਾਂ, ਸ਼ਾਸਤਰਾਂ, ਮਤਾਂਤਰਾਂ ਦਾ ਇਹੋ ਹੀ ਸਿਧਾਂਤ ਹੈ ਕਿ ਮਨੁੱਖ ਆਪਣੇ ਕਲਿਆਣ ਵਾਸਤੇ ਇਹ ਤਿੰਨ ਗੱਲਾਂ ਧਾਰਨ ਕਰੇ। ਇਹ ਸਾਰੇ ਧਾਰਮਿਕ ਗ੍ਰੰਥਾਂ ਦਾ ਸਾਰ ਹੈ। ਯਥਾ ਗ੍ਰੰਥ ਪੰਥ ਸਭ ਜਗਤ ਕੇ ਬਾਤ ਬਤਾਵਤ ਤੀਨ, ਹਿਰਦੇ ਸਿਮਰਨ ਮਨ ਦਇਆ ਤਨ ਸੇਵਾ ਮੈਂ ਲੀਨ। ਤਥਾ ਖਿਮਾ ਗਰੀਬੀ ਬੰਦਗੀ तीनों रख मन माहे, रजब कांटा जीव का किसे चुभावो नाहे। अथवा तुलसी इस संसार में तीन रतन है सार, मिठा बोलन निव चलन करना परोपकार। ਜੇਕਰ ਇਹਨਾਂ ਤਿੰਨਾਂ ਗੱਲਾਂ ਨੂੰ ਧਾਰਨ ਕਰਕੇ ਜਗਿਆਸੂ ਪਰਮੇਸ਼ਰ ਦੇ ਸਿਮਰਨ ਤੇ ਸੇਵਾ 'ਚ ਆਪਣੀ ਜ਼ਿੰਦਗੀ ਲਗਾ ਦੇਵੇ ਤਾਂ ਉਹਦਾ ਇਸੇ ਇੱਕੇ ਹੀ ਜਨਮ 'ਚ ਭਲਾ ਹੋ ਜਾਂਦਾ ਹੈ। ਉਪਰੰਤ ਆਗਿਆ ਪਾ ਕੇ ਅਸਥਾਨ ਦੀ ਸੇਵਾ 'ਚ ਜੁੜ ਗਿਆ। ਇਸ ਪਵਿੱਤਰ ਤੀਰਥ ਤੇ ਸੇਵਾ ਤੇ ਸਿਮਰਨ ਕਰਦਿਆਂ ਕਾਫੀ ਸਮਾਂ ਲੰਘ ਗਿਆ। ਤਦ ਪਿਛਲੇ ਸੰਸਕਾਰਾਂ ਅਨੁਸਾਰ ਪੜ੍ਹਨ ਦਾ ਸ਼ੌਕ ਜਾਗਿਆ। ਗੁਰਬਾਣੀ ਦੀਆਂ ਤਿੰਨੇ ਪੋਥੀਆਂ ਤੇ ਸੰਥਾਂ ਨਾਲ ਮਹਾਰਾਜ ਦੇ ਭਾਗਾਂ ਦਾ ਪਾਠ ਤੇ ਸਾਰ ਕੁਤਾਵਲੀ ਆਦਿ ਛੋਟੇ ਗ੍ਰੰਥ ਤਾਂ ਇੱਥੇ ਹੀ ਸੰਤ ਮਹਾਰਾਜ ਤੋਂ ਵਰਸਾਏ ਸ੍ਰੀਮਾਨ ਗਿਆਨੀ ਬਲਬੀਰ ਸਿੰਘ ਜੀ ਪਾਸੋਂ, ਜੋ ਉਸ ਸਮੇਂ ਅਸਥਾਨ 'ਤੇ ਕਥਾ ਕਰਨ ਦੀ ਸੇਵਾ ਕਰਦੇ ਸਨ, ਪੜ੍ਹ ਲਏ। ਉਪਰੰਤ ਹਜ਼ੂਰ ਦੀ ਆਗਿਆ ਪਾ ਕੇ ਕਈ ਥਾਵਾਂ ਤੋਂ ਇਹ ਮੁੱਲੀ ਦਾਤ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਤੇ ਵੇਦਾਂਤ ਦੇ ਗ੍ਰੰਥਾਂ ਦਾ ਅਧਿਐਨ ਕੀਤਾ। ਤਕਰੀਬਨ 18 ਸਾਲ ਤੋਂ ਬਾਅਦ ਮੁੜ ਪ੍ਰਾਰਬਧ ਨੇ ਪਲਟਾ ਖਾਧਾ ਤੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਹਾਜ਼ਰ ਹੋ ਕੇ ਆਪਣੇ ਮਨ ਦੀ ਸੱਧਰ ਤੇ ਹੋਰ ਗੁਰਮੁਖ ਸੱਜਣਾ ਦੀ ਹੋਈ ਪ੍ਰੇਰਨਾ ਅਨੁਸਾਰ ਬੇਨਤੀ ਕਰਕੇ ਬਜ਼ੁਰਗਾਂ ਦੇ ਇਤਿਹਾਸ ਲਿਖਣ ਦੀ ਮੰਗ ਕੀਤੀ, ਪਰ ਇਸ ਮਹਾਨ ਕਾਰਜ ਆਰੰਭ ਕਰਨ ਦਾ ਹੌਸਲਾ ਨਾ ਪਵੇ। ਊਚ ਤਰੂ ਫਲ ਜਿਉ ਲਗ, ਸੁੰਦਰ ਵਾਮਨ ਹਾਥ ਪਸਾਰਤ ਤਾਂ ਹੂੰ,
ਦਿਲਾਂ ਦੇ ਜਾਣਨਹਾਰੇ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਇੱਕ ਕਲਮੀ ਸੇਵਾ ਬਖਸ਼ ਦਿੱਤੀ ਤੇ ਵੱਡੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਲਿਖਣ ਦੀ ਆਗਿਆ ਮਿਲ ਗਈ। ਗੁਰਚਰਨਾਂ 'ਚ ਅਰਦਾਸ ਕਰਕੇ ਲਿਖਾਈ ਦਾ ਕਾਰਜ ਆਰੰਭ ਕਰ ਦਿੱਤਾ। ਕਈ ਥਾਵਾਂ 'ਤੇ ਫਿਰ ਕੇ ਖੋਜ ਕੀਤੀ, ਕਈ ਸੱਜਣਾਂ ਤੋਂ ਜਾ ਕੇ ਪੁੱਛਿਆ। ਲਗਾਤਾਰ 10 ਮਹੀਨਿਆਂ ਦੀ ਅਣਥੱਕ ਮਿਹਨਤ ਨਾਲ ਪਿਛਲੇ ਸਾਲ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਜੀਵਨ ਕਥਾ ਪੱਛਮੀ ਪ੍ਰਕਾਸ਼ ਅਰਥਾਤ ਹੋਤੀ ਮਰਦਾਨ ਦਾ ਨੂਰ ਨਾਮ ਦੀ ਪੁਸਤਕ ਛਪ ਕੇ ਤਿਆਰ ਹੋ ਗਈ। ਜਦੋਂ 5/8/70 ਨੂੰ ਜਿਲਦ ਬੰਦਵਾ ਕੇ ਮਹਾਂਪੁਰਸ਼ਾਂ ਦੇ ਘਰ ਕਮਲਾਂ 'ਚ ਭੇਟਾ ਕੀਤੀ, ਸਿੱਖ ਸੰਗਤਾਂ ਨੇ ਉਹਨੂੰ ਮੇਰੀ ਆਸ ਤੋਂ ਕਿਤੇ ਵੱਧ ਪਸੰਦ ਕੀਤਾ। ਭਾਵੇਂ ਛੋਟੇ-ਛੋਟੇ ਲੇਖਾਂ ਦੇ ਟਰੈਕਟਾਂ ਤੋਂ ਇਲਾਵਾ ਇਹ ਮੇਰੀ ਕਲਮ ਦੀ ਪਹਿਲੀ ਪੁਸਤਕ ਹੈ। ਨਵੀਨ ਲਿਖਾਰੀਆਂ ਵਾਲਾ ਲਿਖਣ ਦਾ ਢੰਗ ਵੀ ਚੰਗਾ ਨਹੀਂ ਆਉਂਦਾ, ਪਰ ਫਿਰ ਵੀ ਮਹਾਂਪੁਰਸ਼ਾਂ ਨੇ ਆਪਣੀ ਗਰੀਬ ਨਿਵਾਜ਼ ਬਿਰਧ ਦੀ ਪਾਲਣਾ ਕਰਦੀ ਹੋਈ ਉਹ ਰਚਨਾ ਪ੍ਰਵਾਨ ਕਰ ਲਈ। ਮੈਂ ਨਹੀਂ ਸਮਝਾ ਮੇਰੇ ਭਗਵਾਨ ਨੇ ਕਿਆ ਕਰ ਦਿਆ, ਮੌਜ ਮੇਂ ਜਬ ਆ ਗਏ ਕਤਰਾ ਕੋ ਦਰਿਆ ਕਰ ਦਿਆ। ਫਿਰ ਤਾਂ ਹੋਰ ਵੀ ਉਤਸ਼ਾਹ ਵੱਧ ਗਿਆ ਕਿ ਆਪਣੇ ਤੇ ਹੋਰ ਜਿਗਿਆਸੂ ਜਨਾਂ ਦੀ ਭਲਾਈ ਵਾਸਤੇ ਸੰਤ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ ਜਸ ਕਲਮਬੱਧ ਕੀਤਾ ਜਾਏ। ਜਦੋਂ ਕਈ ਕੁ ਮਹਾਂਪੁਰਸ਼ਾਂ ਤੋਂ ਉਹਨਾਂ ਦੇ ਪਾਵਨ ਜੀਵਨ ਕ੍ਰਿਸ਼ਮੇ ਸੁਣੇ, ਉਹਨਾਂ ਦੀ ਪ੍ਰਭਾਵਸ਼ਾਲੀ ਸਾਦਗੀ ਵਾਲੀ ਜ਼ਿੰਦਗੀ, ਆਮ ਸੇਵਾਦਾਰਾਂ ਵਾਲਾ ਪਹਿਰਾਵਾ, ਕਠਨ ਤਪੱਸਿਆ ਤੇ ਆਪਣੇ ਹੱਥੀਂ ਹੈਰਾਨਕੁੰਨ ਸੇਵਾ ਦਾ ਕਰਨਾ ਤੇ ਰਸਾਂ ਕਸਾਂ ਦਾ ਇੰਨਾ ਤਿਆਗ ਸੁਣ ਕੇ, ਜਿਨ੍ਹਾਂ ਨੇ ਸਾਧੂ ਬਣ ਕੇ ਅਖੀਰੀ ਸਵਾਸਾਂ ਤੱਕ ਅਲੂਣੀ ਦਾਲ ਸਬਜ਼ੀ ਦੀ ਵਰਤੋਂ ਕੀਤੀ, ਤਾਂ ਰੋਮ ਖੜੇ ਹੋ ਗਏ। ਭਾਵੇਂ ਇਹਨਾਂ ਦੇ ਜੀਵਨ ਦੀ ਅਮਰ ਕਥਾ ਨਾਮ ਦੀ ਪੁਸਤਕ 1966 ਈਸਵੀ ਵਿੱਚ ਸੰਤ ਜੀ ਮਹਾਰਾਜ ਨੇ ਗਿਆਨੀ ਮੇਹਰ ਸਿੰਘ ਜੀ ਕੁਰੂਕਸ਼ੇਤਰ ਤੋਂ ਲਿਖਵਾ ਕੇ ਆਪ ਛਾਪੀ, ਪਰ ਜਦੋਂ ਦੂਰ ਦਰੇਡਿਓਂ ਫਿਰ ਫਿਰਾ ਕੇ ਉੱਦਮ ਕੀਤਾ ਤਾਂ ਹੋਰ ਵਧੇਰੇ ਸਾਖੀਆਂ ਮਿਲ ਗਈਆਂ ਜੋ ਪਹਿਲੀ ਪੁਸਤਕ ਅਮਰ ਕਥਾ 'ਚੋਂ ਨਹੀਂ ਸਨ ਆ ਸਕੀਆਂ, ਕਿਉਂਕਿ महापुरुष की बात में बात बात में बात, ਜਿਉ ਮਹਿੰਦੀ ਕੇ ਪਾਤ में पात पात में पात। ਤੇ ਜਦੋਂ ਉਹਨਾਂ ਨੂੰ ਇਕੱਤਰ ਕਰਕੇ ਸੰਤ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਬੇਨਤੀ ਕੀਤੀ ਤਾਂ ਹਜ਼ੂਰ ਨੇ ਪ੍ਰਸੰਨ ਹੋ ਕੇ ਲਿਖਣ ਦੀ ਪ੍ਰਵਾਨਗੀ ਬਖਸ਼ ਦਿੱਤੀ। ਉਪਰੰਤ ਕਈ ਜਗ੍ਹਾ ਫਿਰ ਕੇ ਖੋਜ ਕੀਤੀ, ਜਿਹਾ ਕਿ ਹਰਿਦੁਆਰ ਜਾ ਕੇ ਪੰਡਿਆਂ ਦੀਆਂ ਵਹੀਆਂ ਤੋਂ ਸੰਤ ਜੀ ਮਹਾਰਾਜ ਦੀ ਬਿੰਦੀ ਬੰਸਾਵਲੀ ਪ੍ਰਾਪਤ ਕੀਤੀ। ਰੇਰੂ ਸਾਹਿਬ, ਭੌਰਲੇ, ਲਛਮਣ ਸਿੰਘ, ਗੰਧਰਵ ਪਾਸ ਲੁਧਿਆਣੇ ਤੇ ਸੰਤਾਂ ਦੇ ਜਨਮ ਨਜ਼ਰ ਲੋਪੋਂ ਪੁੱਜ ਕੇ ਸੰਤ ਜੀ ਮਹਾਰਾਜ ਦੇ ਸਕੇ ਭਤੀਜੇ ਸੰਤ ਭਗਵਾਨ ਸਿੰਘ ਜੀ, ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਦੋਹਾਂ ਵਿਅਕਤੀਆਂ ਤੋਂ ਲਾਈਟ ਪ੍ਰਾਪਤ ਹੋਈ। ਗੁੱਜਰ ਸਿੰਘ ਬਾਈ ਜੀ ਤੇ ਬਾਬਾ ਹੀਰਾ ਸਿੰਘ ਸ੍ਰੀਮਾਨ ਸੰਤਾ ਸਿੰਘ ਹੋਰ ਵੀ ਸੰਤ ਜੀ ਮਹਾਰਾਜ ਤੋਂ ਵਰਸ ਆਏ ਮਹਾਨ ਭਾਵਾਂ ਤੋਂ ਬਹੁਤ ਕੁਝ ਲਿਆ। ਸਭ ਤੋਂ ਜ਼ਿਆਦਾ ਰਾਮਪੁਰ ਪਿੰਡ ਦੇ ਬਾਬਾ ਬਿਸ਼ਨ ਸਿੰਘ ਜੀ ਨੇ ਉਹਨਾਂ ਦੇ ਜੀਵਨ ਸੰਬੰਧੀ ਰੌਸ਼ਨੀ ਪਾਈ। ਗਿਆਨੀ ਮੇਹਰ ਸਿੰਘ ਜੀ ਰਚਿਤ ਅਮਰ ਕਥਾ ਤੋਂ ਵੀ ਕਾਫੀ ਸੋਝੀ ਪਈ। ਇਉਂ 7 ਮਹੀਨਿਆਂ ਦੀ ਲਗਾਤਾਰ ਖੋਜ ਦਾ ਸਦਕਾ ਇੰਨੇ ਆਕਾਰ ਵਾਲੀ ਪੁਸਤਕ ਜੋ ਤੁਹਾਡੇ ਹੱਥਾਂ 'ਚ ਛਪ ਕੇ ਤਿਆਰ ਹੋ ਗਈ। 2.5 ਮਹੀਨੇ ਛਪਾਈ ਨੂੰ ਲੱਗ ਗਏ। ਇਉਂ ਸਾਲ ਦੇ ਅੰਦਰ ਅੰਦਰ ਇਹ ਦੂਸਰੀ ਪੁਸਤਕ ਸੰਤ ਜੀ ਮਹਾਰਾਜ ਦੇ ਜੀਵਨ ਸੰਬੰਧੀ ਜੀਵਨ ਗਾਥਾ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਜਿਵੇਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੇ ਪਸ਼ੂਆਂ ਤੋਂ ਵੀ ਨਖਿੱਧ ਜੂਨੀ ਜੰਗਲੀ ਜਾਨਵਰ ਬਾਨਰਾਂ ਤੋਂ ਲੰਕਾ ਫਤਿਹ ਕਰਨ ਦੀ ਸੇਵਾ ਲੈ ਕੇ ਉਹਨਾਂ ਨੂੰ ਮਾਣ ਬਖਸ਼ਿਆ, ਇਸੇ ਤਰ੍ਹਾਂ ਸਾਰੀ ਬਖਸ਼ਿਸ਼ ਤੇ ਕਿਰਪਾ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਹੈ, ਜਿਨ੍ਹਾਂ ਨੇ ਇੱਕ ਨਾਚੀਜ਼ ਸੇਵਕ ਤੋਂ ਆਪਣੀ ਪਾਵਨ ਸੇਵਾ ਲੈ ਕੇ ਮਾਣ ਬਖਸ਼ਿਆ। ਸਹੀ ਰੂਪ 'ਚ ਮਹਾਂਪੁਰਸ਼ਾਂ ਦਾ ਜਸ ਕਲਮਬੱਧ ਕਰਨਾ ਕਠਿਨ ਹੀ ਨਹੀਂ, ਬਲਕਿ ਸਮੁੰਦਰ ਤੇ ਰੇਤੇ ਦੇ ਪੁਲ ਬਣਾਉਣ ਸਮਾਨ ਬੜਾ ਅਸੰਭਵ ਹੈ, ਕਿਉਂਕਿ ਵਾਹਿਗੁਰੂ ਵਿੱਚ ਅਭੇਦ ਹੋਏ ਖੁਦ ਪਰਮੇਸ਼ਰ ਦਾ ਸਰੂਪ ਹਨ। ਜਿਵੇਂ ਪਰਮੇਸ਼ਰ ਦਾ ਸੰਪੂਰਨ ਜਸ ਨਹੀਂ ਲਿਖਿਆ ਜਾ ਸਕਦਾ, ਚਾਹੇ ਸਾਰੀ ਧਰਤੀ ਦਾ ਕਾਗਜ਼ ਬਣਾ ਕੇ ਸਮੂਹ ਬਨਸਪਤੀ ਦੀਆਂ ਕਲਮਾਂ ਘੜ ਲਵੇ, 7 ਸਮੁੰਦਰਾਂ ਦੀ ਸ਼ਾਹੀ ਬਣਾਈ ਜਾਵੇ, ਗਣੇਸ਼ ਜਾਂ ਪੌਣ ਦੇਵਤਾ ਅਥਵਾ ਸੁਰਸਤੀ ਆਪ ਲਿਖਾਰੀ ਬਣੇ, ਤਾਂ ਵੀ ਪਰਮੇਸ਼ਰ ਦਾ ਸਮਗਰ ਜਸ ਨਹੀਂ ਲਿਖਿਆ ਜਾਂਦਾ। ਜਿਵੇਂ ਪਰਮੇਸ਼ਰ ਆਪ ਬੇਅੰਤ ਹੈ, ਇਸੇ ਤਰ੍ਹਾਂ ਉਹਦੀ ਸਿਫਤ ਵੀ ਬੇਅੰਤ ਹੈ, ਕਹਿਣੇ ਕਰਕੇ ਅੰਤ ਨਹੀਂ ਪਾਇਆ ਜਾਂਦਾ। ਇਸ ਪੁਸਤਕ 'ਚ ਕੁਝ ਕੁ ਸਾਖੀਆਂ ਅੰਕਿਤ ਕੀਤੀਆਂ ਗਈਆਂ ਜਿਨ੍ਹਾਂ 'ਚ ਤਰੁੱਟੀਆਂ ਰਹਿਣੀਆਂ ਸੰਭਵ ਹਨ, ਪਰ ਸਿਆਣੇ ਪੁਰਸ਼ ਔਗਣਾਂ ਵੱਲ ਨਹੀਂ ਤੱਕਦੇ, ਉਹ ਤਾਂ ਗੁਣਗ੍ਰਾਹੀ ਦ੍ਰਿਸ਼ਟੀ ਨਾਲ ਰਹੱਸ ਲੈਂਦੇ ਹੈ। ਅੰਤ ਵਿੱਚ ਗੁਣੀ ਪੁਰਸ਼ਾਂ ਨੂੰ ਵੀ ਮੇਰੀ ਸਤਿਕਾਰ ਸਹਿਤ ਹੱਥ ਜੋੜ ਕੇ ਨਮਸਕਾਰ ਹੈ ਤੇ ਤਰਕਵਾਦੀ ਸਾਕਤ ਪੁਰਸ਼ਾਂ ਨੂੰ ਵੀ ਮੈਂ ਸਦਾ ਬੰਦਨਾ ਕਰਦਾ, ਜੋ ਮੇਰੇ ਔਗਣਾਂ ਨੂੰ ਜਣਾ ਕੇ ਉਹਨਾਂ ਨੂੰ ਦੂਰ ਕਰਨ ਦੀ ਪ੍ਰੇਰਨਾ ਕਰਦੇ ਹੋਏ ਮੇਰਾ ਭਲਾ ਹੀ ਚਾਹੁੰਦੇ ਹਨ। ਫੋਟੋ ਕਿਵੇਂ ਮਿਲੀ?
ਜਦੋਂ ਸ੍ਰੀ ਹਜ਼ੂਰ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਬਾਰ-ਬਾਰ ਬੇਨਤੀਆਂ ਕਰਨ ਤੇ ਦਾਸ ਦੀ ਤੀਬਰ ਇੱਛਾ ਜਾਣ ਕੇ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਜੀਵਨ ਕਥਾ ਲਿਖਣ ਵਾਸਤੇ ਆਗਿਆ ਦੇ ਦਿੱਤੀ, ਉਸੇ ਸਮੇਂ ਬੜੀਆਂ ਸੱਧਰਾਂ ਤੇ ਰੀਝਾਂ ਨਾਲ ਲਿਖਾਈ ਸ਼ੁਰੂ ਕੀਤੀ ਤੇ ਉਤਸ਼ਾਹ ਫੁਰਿਆ ਕਿ ਕਿੰਨਾ ਚੰਗਾ ਹੋਵੇ ਜੇਕਰ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਕਿਤੋਂ ਫੋਟੋ ਮਿਲ ਜਾਏ। ਬੜੀ ਕੋਸ਼ਿਸ਼ ਕੀਤੀ, ਕਈ ਥਾਂ ਗਏ, ਰੇਰੂ ਸਾਹਿਬ ਤੋਂ ਪਤਾ ਕੀਤਾ, 3 ਵਾਰੀ ਲੋਪੋ ਨਗਰ ਜਾ ਕੇ ਬਾਬਾ ਜੀ ਦੇ ਭਤੀਜੇ ਸੰਤ ਭਗਵਾਨ ਸਿੰਘ ਜੀ ਜੋ ਨਗਰ ਤੋਂ ਬਾਹਰ ਆਪਣੀ ਜ਼ਮੀਨ 'ਚ ਸਥਾਨ ਬਣਾ ਕੇ ਸਾਧੂ ਬਾਣੇ 'ਚ ਰਿਹਾਇਸ਼ ਰੱਖਦੀ ਹੈ, ਪਾਸੋਂ ਪੁੱਛਿਆ, ਪਰ ਸਾਰੇ ਇਹੋ ਹੀ ਆਖਦੇ ਸੀ ਕਿ ਬਾਬਾ ਜੀ ਨੇ ਆਪਣੀ ਫੋਟੋ ਨਹੀਂ ਲਾਉਣ ਦਿੱਤੀ। ਲੋਪੋ ਨਗਰ ਤੋਂ ਬਾਬਾ ਜੀ ਦੇ ਪਾਵਨ ਸੀਸ ਵਾਲੇ ਚੱਕਰ ਦਾ ਦਰਸ਼ਨ ਕੀਤਾ ਜੋ ਸੰਤ ਭਗਵਾਨ ਸਿੰਘ ਜੀ ਦੇ ਪਾਸ ਪਿਆ, ਜਿਹਦੇ ਉੱਪਰ 403 ਨੰਬਰ ਲਿਖਿਆ। ਫਿਰ ਤਾਂ ਪੂਰਨ ਨਿਸ਼ਚਾ ਹੋ ਗਿਆ ਕਿ ਹੁਣ ਬਾਬਾ ਜੀ ਫੋਟੋ ਵਾਲੀ ਇੱਛਾ ਵੀ ਜ਼ਰੂਰ ਹੀ ਪੂਰੀ ਕਰਨਗੇ। ਫਿਰ 36 ਸਿੱਖ ਪਲਟਨ ਦਾ ਰਿਕਾਰਡ ਦੇਖਿਆ ਤਾਂ ਇੱਕ ਜਗ੍ਹਾ ਸੂਬੇਦਾਰ, ਜਮਾਦਾਰ ਤੇ ਹੋਰ 6-7 ਫੌਜੀਆਂ ਦੇ ਗਰੁੱਪ 'ਚ ਮੇਰਠ ਛਾਉਣੀ ਲੱਗੇ ਫੋਟੋ ਮਿਲ ਗਈ, ਜਿਹਦੇ ਉੱਪਰ ਚੱਕਰ ਦਾ ਨੰਬਰ ਤੇ ਬਾਬਾ ਜੀ ਦਾ ਕੇਵਲ ਨਾਮ ਹੀ ਲਿਖਿਆ ਸੀ। ਕੋਈ ਪਛਾਣ ਨਾ ਹੋ ਸਕੀ ਕਿਉਂਕਿ ਇਹ ਫੋਟੋ ਵਰਦੀ ਸਮੇਤ 27 ਸਾਲਾਂ ਦੀ ਉਮਰ 'ਚ ਇਕੱਠੇ ਫੌਜੀਆਂ ਦੇ ਗਰੁੱਪ 'ਚ ਲਾਈ ਗਈ ਸੀ। ਉਹਦਾ ਨੈਗੇਟਿਵ ਲੈ ਕੇ ਫੌਜੀ ਵਰਦੀ 'ਚ ਇਕੱਲਿਆਂ ਦੀ ਕਰਵਾਈ, ਪਰ ਫਿਰ ਵੀ ਕੁਝ ਪਤਾ ਨਾ ਲੱਗਾ ਕਿਉਂਕਿ ਇਸ ਸਮੇਂ ਇਸ ਰੂਪ ਦਾ ਦਰਸ਼ਨ ਕਰਨ ਵਾਲਾ ਕੋਈ ਬਜ਼ੁਰਗ ਹੀ ਨਹੀਂ ਸੀ। ਅਖੀਰ ਨੂੰ ਸੰਤ ਜੀ ਮਹਾਰਾਜ ਨੇ ਅਸਥਾਨ 'ਚ ਰਹਿ ਕੇ ਨਿਰਬਾਨ ਸੇਵਾ ਕਰਨ ਵਾਲੇ ਫੋਟੋਗ੍ਰਾਫਰ ਸੂਬੇਦਾਰ ਗੁਰਦਿਆਲ ਸਿੰਘ ਨੂੰ ਆਖਿਆ ਕਿ ਇਹਦੀ ਬਿਹੰਗਮੀ ਲਿਬਾਸ 'ਚ ਫੋਟੋ ਬਣਾਏ। ਉਹਨੇ ਸ਼ੁੱਧ ਹਿਰਦੇ ਨਾਲ ਗੁਰਚਰਨਾਂ ਵਿਖੇ ਅਰਦਾਸ ਕਰਕੇ ਇਸ ਮਹਾਨ ਕਾਰਜ ਨੂੰ ਆਰੰਭ ਕੀਤਾ। 20-30 ਵਾਰੀ ਰਫ ਫੋਟੋ ਤਿਆਰ ਕਰਕੇ ਸੰਤ ਜੀ ਮਹਾਰਾਜ ਨੂੰ ਦਿਖਾਈ, ਜਿਸ ਵਿੱਚ ਕਈ ਵਾਰੀ ਅਦਲਾ ਬਦਲੀ ਕਰਨੀ ਪਈ। ਕਾਫੀ ਸਮੇਂ ਦੀ ਮਿਹਨਤ ਤੋਂ ਬਾਅਦ ਸਹੀ ਰੂਪ 'ਚ ਫੋਟੋ ਤਿਆਰ ਹੋ ਗਈ। ਰਾੜੇ ਸਾਹਿਬ ਵਾਲੇ ਦੋਵੇਂ ਸੰਤ ਜੀ ਮਹਾਰਾਜ ਤੇ ਹੋਰ ਵੀ ਜਿਨ੍ਹਾਂ ਮਹਾਂਪੁਰਖਾਂ ਨੇ ਬਾਬਾ ਜੀ ਦੇ ਪਾਵਨ ਸਰੂਪ ਦਾ ਪ੍ਰਤੱਖ ਦਰਸ਼ਨ ਕੀਤਾ ਸੀ, ਉਹ ਸਾਰੇ ਅਸ਼-ਅਸ਼ ਕਰ ਉੱਠੇ। ਫਿਰ ਉਸੇ ਫੋਟੋ ਦਾ ਬਲੌਕ ਬਣਾਇਆ। ਨੋਟ: ਇਹ ਫੋਟੋ ਜਲੰਧਰ ਛਾਉਣੀ 'ਚ ਇਨਾਮ ਜਿੱਤਣ ਦੇ ਸਮੇਂ ਗਰੁੱਪ ਵਿੱਚ ਉਤਾਰੀ ਗਈ ਜਦੋਂ ਅੰਗਰੇਜ਼ ਸਰਕਾਰ ਨੇ ਵੱਡੇ ਅਫਸਰਾਂ ਨੂੰ ਜਲੰਧਰ ਛਾਉਣੀ ਸੱਦਿਆ। ਹੌਲਦਾਰਾਂ, ਜਮਾਦਾਰਾਂ ਤੇ ਸੂਬੇਦਾਰਾਂ ਦੇ ਇਕੱਠ ਵਿੱਚ ਸਭਨਾਂ ਦੀ ਪ੍ਰੀਖਿਆ ਲੈਣ ਵਾਸਤੇ ਇਨਾਮ ਰੱਖੇ ਸਨ ਤਾਂ ਬਾਬਾ ਜੀ ਦੀਆਂ ਸਾਰੀਆਂ ਗੋਲੀਆਂ ਗੁਲਜ਼ਰੀ ਵਿੱਚ ਲੱਗੀਆਂ ਜਾਣ ਕੇ ਪੂਰੇ ਨੰਬਰ ਮਿਲੇ। 500 ਰੁਪਇਆ ਤੇ ਸੋਨੇ ਦਾ ਮੈਡਲ ਇਨਾਮ 'ਚ ਪ੍ਰਾਪਤ ਹੋਇਆ, ਜਿਹਨੂੰ ਦਿੱਲੀ ਦੀ ਯਾਤਰਾ ਸਮੇਂ ਬਾਬਾ ਜੀ ਨੇ ਸੀਸਗੰਜ ਗੁਰਦੁਆਰੇ ਦੀ ਭੇਟਾ ਕੀਤਾ ਸੀ। ਇਹ ਉਹਨਾਂ ਦੀ ਉਦਾਰਤਾ ਤੇ ਗੁਰਚਰਨਾਂ 'ਚ ਅਤੁੱਟ ਸ਼ਰਧਾ ਦੀ ਬੇਮਿਸਾਲ ਝਾਕੀ ਹੈ। ਹੋਰ ਰਿਕਾਰਡ ਦੀ ਪ੍ਰਾਪਤੀ: ਸ਼੍ਰੀ ਹਜ਼ੂਰ ਬਾਬਾ ਜੀ ਮਹਾਰਾਜ ਦੀ ਫੋਟੋ ਮਿਲ ਜਾਣ ਤੋਂ ਬਾਅਦ ਫਿਰ ਤਾਂ ਹੋਰ ਵੀ ਰਿਕਾਰਡ ਪ੍ਰਾਪਤ ਕਰਨ ਲਈ ਉਤਸ਼ਾਹ ਵੱਧ ਗਿਆ ਵੀ ਜੇ ਖੋਜ ਕੀਤੀ ਜਾਏ ਤਾਂ ਬਾਬਾ ਜੀ ਦੀ ਪੈਨਸ਼ਨ ਲੈਣ ਵਾਲੀ ਕਾਪੀ ਤੋਂ ਭਰਤੀ ਹੋਣ ਤੇ ਪੈਨਸ਼ਨ ਹੋਣ ਦੀ ਤਰੀਕ ਵੀ ਲੱਭ ਸਕਦੀ ਹੈ। ਸੰਤ ਜੀ ਮਹਾਰਾਜ ਰਾੜੇ ਸਾਹਿਬ ਵਾਲਿਆਂ ਦੇ ਚਰਨਾਂ 'ਚ ਅਰਜ਼ ਕੀਤੀ, ਗਰੀਬ ਨਿਵਾਜ, ਜਿਵੇਂ ਆਪ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਫੋਟੋ ਮਿਲ ਗਈ, ਹੁਣੇ ਵੀ ਬਖਸ਼ਿਸ਼ ਕਰ ਦਿਓ ਕਿ ਭਰਤੀ ਹੋਣ ਤੇ ਪੈਨਸ਼ਨ ਹੋਣ ਦੀ ਸਹੀ ਤਰੀਕ ਮਿਲ ਜਾਏ। ਸੰਤ ਜੀ ਮਹਾਰਾਜ ਨੇ ਮੁਸਕਰਾ ਕੇ ਉੱਤਰ ਦਿੱਤਾ, ਚੰਗਾ ਉੱਦਮ ਕਰੋ, ਤੁਹਾਡੀ ਭਾਵਨਾ ਨੂੰ ਜ਼ਰੂਰ ਫਲ ਲੱਗੇਗਾ। ਇਹ ਪਵਿੱਤਰ ਸੇਵਾ ਪਟਿਆਲੇ ਵਾਲੇ ਪ੍ਰੇਮੀ ਸਰਦਾਰ ਕਰਨੈਲ ਸਿੰਘ ਨੇ ਮੰਗ ਕੇ ਲਈ। ਪੈਨਸ਼ਨ ਵਾਲੀ ਕਾਪੀ ਦਾ ਕਈ ਜਗ੍ਹਾ ਪਤਾ ਕੀਤਾ, ਰੇਰੂ ਸਾਹਿਬ ਗੁਰਦੁਆਰੇ ਤੇ ਸੰਤ ਮਹਾਰਾਜ ਦੇ ਭਤੀਜੇ ਸੰਤ ਭਗਵਾਨ ਸਿੰਘ ਜੀ ਪਾਸ, ਲੋਪੋਂ ਤੇ ਹੋਰ ਵੀ ਜਿੱਥੇ ਦੱਸ ਪਈ, ਪਰ ਕਾਪੀ ਨਾ ਮਿਲ ਸਕੀ। ਫਿਰ ਪਤਾ ਲੱਗਾ ਆਪ ਜੀ ਲੁਧਿਆਣੇ ਖਜ਼ਾਨੇ 'ਚੋਂ ਪੈਨਸ਼ਨ ਲੈਂਦੇ ਸਨ। ਜਦੋਂ ਉਸ ਜਗ੍ਹਾ ਗਏ ਤਾਂ ਉਹਨਾਂ ਕਿਹਾ ਕਿ ਪਹਿਲਾਂ ਇੱਥੋਂ ਲੈਂਦੇ ਸੀ, ਫਿਰ ਸਾਹਨੇਵਾਲ ਦੇ ਡਾਕਖਾਨੇ ਸਰਕਾਰ ਵੱਲੋਂ ਇੰਤਜ਼ਾਮ ਕਰ ਦਿੱਤਾ, ਉੱਥੋਂ ਪਤਾ ਕਰੋ, ਕਿਉਂਕਿ ਅਖੀਰ ਤੱਕ ਆਪ ਜੀ ਸਾਹਨੇਵਾਲ ਦੇ ਡਾਕਖਾਨੇ ਤੋਂ ਪੈਨਸ਼ਨ ਲੈਂਦੇ ਰਹੇ। 1969 ਨੂੰ ਜੂਨ ਦੇ ਮਹੀਨੇ ਸਾਹਨੇਵਾਲ ਪਤਾ ਕੀਤਾ। ਉਹਨਾਂ ਨੇ ਸਾਰਾ ਰਿਕਾਰਡ ਦੇਖ ਕੇ ਕਿਹਾ ਕਿ ਇੱਥੋਂ ਦਾ ਸਾਰਾ ਰਿਕਾਰਡ ਜ਼ਿਲ੍ਹੇ 'ਚ ਚਲਾ ਗਿਆ, ਤੁਸੀਂ ਲੁਧਿਆਣੇ ਪਤਾ ਕਰੋ। ਦੁਪਹਿਰ ਦੇ ਸਮੇਂ ਧੁੱਪ 'ਚ ਬੱਸ ਸਟੈਂਡ 'ਤੇ ਆਏ, ਜਿੱਥੇ ਬੱਸ ਦੀ ਉਡੀਕ 'ਚ ਕਾਫੀ ਚਿਰ ਰੁਕਣਾ ਪਿਆ, ਪਰ ਮਨ 'ਚ ਪੂਰਨ ਵਿਸ਼ਵਾਸ ਸੀ ਕਿ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਲਈ ਇਹ ਕਾਰਜ ਜ਼ਰੂਰ ਹੋਏਗਾ। ਖੇਚਲ ਨਾ ਮਹਿਸੂਸ ਕੀਤੀ, ਬੱਸ ਆਈ ਤਾਂ ਸਵਾਰ ਹੋ ਕੇ ਲੁਧਿਆਣੇ ਗਿਆ। ਜਨਰਲ ਪੋਸਟ ਆਫਿਸ 'ਚ ਜਾ ਕੇ ਰਿਕਾਰਡ ਕਲਰਕ ਨੂੰ ਮਿਲਿਆ, ਸਾਰੀ ਵਾਰਤਾ ਦੱਸੀ, ਪਰ ਉਹਨੇ ਇੱਕਦਮ ਨਾ ਕਰਤੀ। ਸ਼ਾਇਦ ਗਰਮੀ ਦੇ ਕਾਰਨ, ਖੋਜ ਕਰਨ ਦੀ ਖੇਚਲਾ ਤੋਂ ਸੰਕੋਚ ਕਰਕੇ ਜਾਂ ਕਿਸੇ ਹੋਰ ਖਿਆਲ। ਕਹਿਣ ਲੱਗਾ, ਇੰਨਾ ਸਮਾਂ ਹੋ ਗਿਆ, ਪਤਾ ਨਹੀਂ ਰਜਿਸਟਰ ਕਿਸ ਜਗ੍ਹਾ ਪਈ ਹੈ, ਰਿਕਾਰਡ ਮਿਲਣਾ ਬੜਾ ਮੁਸ਼ਕਿਲ ਹੈ। ਪਰ ਪ੍ਰੇਮੀ ਦੇ ਮਨ 'ਚ ਸਾਧ ਬਚਨ ਅਟਲਦਾ ਤੇ ਪੂਰਾ ਨਿਸ਼ਚਾ ਸੀ ਕਿ ਫੋਟੋ ਵਾਂਗੂ ਰਿਕਾਰਡ ਵੀ ਜ਼ਰੂਰ ਮਿਲੇਗਾ।
ਪਰ ਅੱਤ ਦੀ ਗਰਮੀ, ਸਿਖਰ ਦੁਪਹਿਰ, ਡਿਊਟੀ ਕਲਰਕ ਟਾਲ ਮਟੋਲਾ ਕਰਦਾ ਰਿਹਾ। ਜਦੋਂ ਇਹਨੇ ਆਪਣੇ ਅੰਦਰਲੇ ਜਜ਼ਬੇ ਪ੍ਰਗਟ ਕੀਤੇ ਕਿ ਦੇਖ, ਤੂੰ ਇੱਥੇ ਪੱਖਿਆਂ ਹੇਠ ਬੈਠਾ ਖੇਚਲਾ ਮੰਨਦਾ, ਮੈਂ ਕਿਸੇ ਮਹਾਨ ਸ਼ਕਤੀ ਦਾ ਪ੍ਰੇਰਿਆ ਕਿੱਥੋਂ ਚੱਲ ਕੇ ਆਇਆ। ਰਿਕਾਰਡ ਜ਼ਰੂਰ ਮਿਲੇਗਾ ਤੇ ਮੈਂ ਲੈ ਕੇ ਜਾਣਾ। ਤੇ ਉਹਨੇ ਖਿੱਝ ਕੇ ਆਖਿਆ ਕਿ ਮੈਂ ਆਪ ਖੇਚਲ ਨਹੀਂ ਕਰਨੀ, ਤੂੰ ਖੁਦ ਮਿਹਨਤ ਕਰ ਲੈ, ਮੈਂ ਅਲਮਾਰੀਆਂ ਖੋਲ੍ਹ ਦਿੰਦਾ। ਇਉਂ ਆਖ ਕੇ ਜ਼ਿਲ੍ਹੇ ਦੇ ਰਿਕਾਰਡਾਂ ਵਾਲਾ ਵੱਡਾ ਕਮਰਾ ਖੋਲ੍ਹ ਕੇ ਆਖਿਆ, ਦੱਸ ਇਹਨਾਂ 'ਚੋਂ ਕਿਹੜੀ ਅਲਮਾਰੀ ਖੋਲ੍ਹਾਂ। ਕਮਰੇ ਅੰਦਰ ਪੈਰ ਪਾਉਣ ਦੇ ਸਮੇਂ ਹੈਰਾਨਗੀ ਵਾਲੀ ਹੱਦ ਨਾ ਰਹੀ, ਕਿਉਂਕਿ ਖਬਰੇ ਕਿਸ ਸਮੇਂ ਦਾ ਬੰਦ ਕਮਰਾ ਖੋਲ੍ਹਿਆ। ਹਰੇਕ ਅਲਮਾਰੀ 'ਤੇ 2-2 ਇੰਚ ਮਿੱਟੀ ਪਈ ਸੀ। ਛੱਤਾਂ ਦੇ ਜਾਲੇ, ਫਰਸ਼ਾਂ ਦਾ ਰੇਤਾ ਤਾਂ ਇਉਂ ਦੱਸ ਰਿਹਾ ਸੀ ਕਿ ਸਦੀਆਂ ਬਾਅਦ ਅੱਜ ਹੀ ਇਸ ਕਮਰੇ ਦੇ ਭਾਗ ਜਾਗੇ ਹੈ। ਬੰਦ ਕਮਰੇ ਦਾ ਬੂਹਾ ਖੋਲ੍ਹਦਿਆਂ ਗੰਦੀ ਹਵਾੜ ਨਾਲ ਸਾਹ ਹੁੱਟ ਹੁੰਦਾ ਜਾਵੇ, ਨਾ ਵਿੱਚ ਪੱਖਾ, ਨਾ ਕੋਈ ਰੋਸ਼ਨਦਾਨ ਤੇ ਬਾਰੀ। ਉਹਨੇ ਕਾਹਲੇ ਪੈ ਕੇ ਆਖਿਆ, ਹੁਣ ਬਸਤਰ ਉਤਾਰ ਕੇ ਕੇਵਲ ਬਨੈਣ ਤੇ ਕਚਹਿਰੇ ਨਾਲ ਬੈਠਾ ਦੇਖੀ ਜਾ। ਤੇ ਨਾਲੇ ਵੀ ਆਖਿਆ, ਬੜਾ ਮਜ਼ਬੂਤ ਇਰਾਦਾ ਕਰਕੇ ਆਇਆ, ਦੇਖੀਏ ਜੇ ਤੇਰਾ ਰਹਿਬਰ ਕੋਈ ਪੂਰਨ ਸ਼ਕਤੀ ਵਾਲਾ ਕਮਾਲ ਗੁਰੂ ਪੀਰ ਹੋਇਆ ਤਾਂ ਬੇਸ਼ੱਕ ਰਿਕਾਰਡ ਮਿਲ ਜਾਏ, ਨਹੀਂ ਤਾਂ ਕੋਈ ਉਮੀਦ ਨਹੀਂ। ਇਸ ਪ੍ਰੇਮੀ ਨੇ ਸ਼ਰਧਾ ਤੇ ਸੱਟ ਮਾਰਨ ਵਾਲੇ ਬਚਨ ਸੁਣ ਕੇ ਕਿਹਾ, ਤੂੰ ਇਹਦਾ ਜਿੰਦਰਾ ਤਾਂ ਖੋਲ, ਮੈਂ ਵੀ ਕਿਸੇ ਬਖਸ਼ੀ ਰੂਹ ਦੇ ਹੁਕਮ ਦੀ ਪਾਲਣਾ ਕਰ ਰਿਹਾ। ਤੇ ਜਦੋਂ ਚਾਬੀਆਂ ਦਾ ਗੁੱਛਾ ਲਿਆਂਦਾ ਤਾਂ ਉਹਨਾਂ 'ਚੋਂ ਇਸ ਕਲਰਕ ਦੇ ਨਾਸਤਕ ਖਿਆਲਾਂ ਵਾਂਗੂ ਸਭ ਜਵਾਬ ਦੇ ਗਈਆਂ, ਕੋਈ ਵੀ ਲੱਗਣ ਵਾਸਤੇ ਤਿਆਰ ਨਾ ਹੋਈ। ਜਿੰਦਰੇ ਹਿਲਾਏ, ਹੋਰ ਗੁੱਛਾ ਲਿਆ ਕੇ ਚਾਬੀਆਂ 'ਚ ਤੇਲ ਪਾਇਆ, ਤਾਂ ਕਿਤੇ ਮਸਾਂ ਅਲਮਾਰੀ ਨੇ ਖੁੱਲ੍ਹਣ ਲਈ ਹਾਂ ਕੀਤੀ। ਅਲਮਾਰੀ ਦੇ ਖੁੱਲ੍ਹਦਿਆਂ ਹੀ ਦਫ਼ਤਰ ਕਲਰਕ ਛੇਤੀ ਨਾਲ ਭੱਜ ਕੇ ਦੂਜੇ ਕਮਰੇ 'ਚ ਪੱਖੇ ਥੱਲੇ ਜਾ ਬੈਠਾ। ਇਹਨੇ ਆਵਾਜ਼ ਮਾਰ ਕੇ ਆਖਿਆ, ਜ਼ਰਾ ਉਰੇ ਆ। ਇਹ ਕਹਿੰਦਾ, ਤੂੰ ਆਪ ਹੀ ਦੇਖ ਲੈ। ਇਹਨੇ 2-3 ਵਾਰੀ ਆਖਿਆ ਤਾਂ ਮਸਾਂ ਮਜਬੂਰ ਕੀਤਾ ਕੁਰਸੀ ਤੋਂ ਉੱਠਿਆ। ਨਾਰਾਜ਼ਗੀ ਨਾਲ ਕਹਿਣ ਲੱਗਾ, ਦੱਸ ਕੀ ਗੱਲ ਹੈ। ਕਹਿੰਦਾ, ਕਿਤਾਬ ਤਾਂ ਬਾਹਰ ਕੱਢ ਦੇ। ਉਹਨੇ ਬੇਰੁਖੀ ਨਾਲ ਕਿਹਾ, ਕਿਹੜੀ ਕੱਢਾਂ, ਇੰਨੇ ਰਜਿਸਟਰਾਂ 'ਚੋਂ ਕੀ ਪਤਾ ਖਬਰੇ ਕਿਸ 'ਚ ਰਿਕਾਰਡ ਹੋਏਗਾ। ਇਸ ਪ੍ਰੇਮੀ ਨੇ ਅਲਮਾਰੀ ਅੱਗੇ ਖੜ੍ਹੇ ਹੋ ਕੇ ਨੇਤਰ ਬੰਦ ਕਰ ਲਏ, ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਦਾਤਾ ਆਪਣਾ ਕਾਰਜ ਆਪ ਹੀ ਕਰੋ, ਮੈਂ ਤਾਂ ਕੇਵਲ ਤੁਹਾਡੇ ਹੁਕਮ ਦੀ ਪਾਲਣਾ ਕਰ ਰਿਹਾ। ਅੱਧੇ ਮਿੰਟ ਤੋਂ ਬਾਅਦ ਨੇਤਰ ਖੋਲ੍ਹੇ, ਸਾਹਮਣੀ ਕਿਤਾਬ 'ਤੇ ਨਿਗਾਹ ਪਈ ਤੇ ਕਿਹਾ, ਆਹ ਕੱਢ ਦੇ। ਤੇ ਜਦੋਂ ਉਹਨੇ ਰਜਿਸਟਰ ਬਾਹਰ ਕੱਢਿਆ, ਫਿਰ ਉਸੇ ਪੱਖੇ ਵਾਲੇ ਕਮਰੇ 'ਚ ਕੁਰਸੀ 'ਤੇ ਜਾ ਬੈਠਾ। ਅਜੇ ਉਹਨੂੰ ਬੈਠਿਆਂ 1 ਮਿੰਟ ਹੋਇਆ ਸੀ ਤੇ ਇੱਧਰੋਂ ਇਸ ਪ੍ਰੇਮੀ ਨੇ ਨਮਸਕਾਰ ਕਰਕੇ ਰਜਿਸਟਰ ਚੁੱਕਿਆ। ਤੇ ਜਦੋਂ ਉਹਨੂੰ ਖੋਲ੍ਹ ਕੇ ਵੇਖਿਆ ਤਾਂ ਪਹਿਲਾਂ ਉਹੋ ਹੀ ਸਫ਼ਾ ਸਾਹਮਣੇ ਆਇਆ ਜਿਸ 'ਚ ਬਾਬਾ ਜੀ ਦਾ ਸਾਰਾ ਰਿਕਾਰਡ ਲਿਖਿਆ ਸੀ। ਸ਼ਰਧਾਲੂ ਪ੍ਰੇਮੀ ਖੁਸ਼ੀ 'ਚ ਨੱਚ ਉੱਠਿਆ, ਸਤਿਕਾਰ ਨਾਲ ਸਿਰ ਝੁਕਾਇਆ, ਨੇਤਰਾਂ 'ਚ ਵੈਰਾਗ ਦਾ ਜਲ ਆ ਗਿਆ ਤੇ ਆਖਿਆ, ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਆਪਣਾ ਕਾਰਜ ਆਪ ਕੀਤਾ, ਆਪਣਾ ਕਾਰਜ ਆਪ ਸਵਾਰਿਆ। ਬੜੇ ਮਾਣ ਨਾਲ ਜਾ ਕੇ ਕੁਰਸੀ 'ਤੇ ਬੈਠੇ ਕਲਰਕ ਨੂੰ ਹਲੂਣ ਕੇ ਆਖਿਆ, ਮਹਾਂਪੁਰਸ਼ਾਂ ਦੀ ਪ੍ਰੀਖਿਆ ਕਰਨੀ ਚੰਗੀ ਨਹੀਂ ਹੁੰਦੀ, ਚੱਲ ਕੇ ਦੇਖ, ਸਾਰਾ ਰਿਕਾਰਡ ਮਿਲ ਗਿਆ। ਤੂੰ ਜੋ ਕਹਿੰਦਾ ਸੀ ਜੇਕਰ ਤੇਰਾ ਗੁਰੂ ਪੂਰਨ ਕਰਾਮਾਤ ਵਾਲਾ ਹੈ ਤਾਂ ਰਿਕਾਰਡ ਮਿਲ ਜਾਏਗਾ। ਅੱਜ ਮੇਰੀ ਮਿਹਨਤ ਸਫਲੀ ਹੋ ਗਈ, ਤੂੰ ਵੀ ਅੱਗੇ ਵਾਸਤੇ ਗੁਰੂ ਪੀਰ 'ਤੇ ਨਿਸ਼ਚਾ ਰੱਖੀ। ਇਉਂ ਡਿਊਟੀ ਕਲਰਕ ਬੜਾ ਪ੍ਰਸੰਨ ਹੋਇਆ ਤੇ ਸਤਿਕਾਰ ਨਾਲ ਇਹਦਾ ਵੀ ਮਸਤਕ ਝੁਕ ਗਿਆ ਤੇ ਅੱਗੇ ਵਾਸਤੇ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਉਦਾਰਤਾ ਇੱਕ ਰੱਬੀ ਗੁਣ ਹੈ ਜੋ ਹਰੇਕ 'ਚ ਨਹੀਂ ਪਾਇਆ ਜਾਂਦਾ। ਇਹ ਪੂਰਨ ਪੁਰਖ ਦੀ ਨਿਸ਼ਾਨੀ ਤੇ ਪਰਖ ਹੈ। ਜਿੱਥੇ ਆਪ ਮਹਾਨ ਕਿਰਪਾਲੂ, ਬੀਤ ਰਾਗ ਤੇ ਸ਼ਾਂਤ ਜਿੱਤ ਹਨ, ਉੱਥੇ ਆਪ ਜੀ ਦੀ ਦਾਨ ਧਾਰਾ ਵੱਲ ਤੱਕਿਆਂ ਰਾਜਾ ਕਰਨ ਵਿਦੇਹੀ ਜਨਕ ਤੇ ਇੰਦਰ ਦੇਵਤਾ ਵੀ ਭੁੱਲ ਜਾਂਦਾ ਹੈ। ਇਹ ਆਪ ਜੀ ਦੀ ਉਦਾਰਤਾ ਦਾ ਪ੍ਰਤੱਖ ਸਬੂਤ ਹੈ ਕਿ ਆਪ ਗੁਣੀਆਂ ਦੇ ਕਦਰਦਾਨੀ, ਗਰੀਬ ਪਰਵਰ ਤੇ ਕਲਮ ਸ਼ਨਾਸ ਸਨ। ਜਦੋਂ ਪਿਛਲੇ ਸਾਲ ਹਜ਼ੂਰ ਦੀ ਆਗਿਆ ਪਾ ਕੇ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦਾ ਜੀਵਨ ਲਿਖਣਾ ਆਰੰਭ ਕੀਤਾ ਤਾਂ ਖੋਜ ਕਰਨ ਤੋਂ ਪਤਾ ਲੱਗਾ ਕਿ ਨਾਰੰਗਵਾਲ ਦੀਆਂ ਕੁਟੀਆਂ ਵਾਲੇ ਮਹਾਂਪੁਰਸ਼ ਬਾਬਾ ਗੁਰਦਿੱਤ ਸਿੰਘ ਜੀ ਵੀ ਬਾਬਾ ਕਰਮ ਸਿੰਘ ਜੀ ਮਹਾਰਾਜ ਤੋਂ ਹੀ ਵਰਸ ਆਏ ਹਨ। ਜਦੋਂ ਉਹਨਾਂ ਦੇ ਅਸਥਾਨ 'ਤੇ ਜਾ ਕੇ ਪੁੱਛਿਆ ਤਾਂ ਖਾਸ ਜ਼ਿੰਮੇਵਾਰ ਸੱਜਣ ਤਾਂ ਉੱਥੇ ਹੈ ਨਹੀਂ ਸੀ, ਉਹ ਕਿਤੇ ਬਾਹਰ ਗਏ ਸੀ। ਹੋਰ ਸੇਵਾਦਾਰਾਂ ਨੇ ਦੱਸਿਆ ਕਿ ਸੰਤ ਜੀ ਮਹਾਰਾਜ ਬਾਬਾ ਗੁਰਦਿੱਤ ਸਿੰਘ ਜੀ ਦਾ ਜੀਵਨ ਕਾਫੀ ਸਮਾਂ ਹੋ ਗਿਆ ਇੱਕ ਸੱਜਣ ਨੇ ਲਿਖਿਆ ਸੀ, ਜਿਹਨੇ ਛੋਟੀ ਉਮਰ 'ਚ ਸੰਤਾਂ ਦੇ ਦਰਸ਼ਨ ਤੇ ਸੇਵਾ ਕੀਤੀ ਸੀ, ਪਰ ਆਪ ਤਾਂ ਉਹ ਕਈ ਸਾਲਾਂ ਦੇ ਪ੍ਰਲੋਕ ਗਮਨ ਕਰ ਚੁੱਕੇ ਹਨ। ਉਹਨਾਂ ਦੇ ਪਰਿਵਾਰ ਤੋਂ ਪੁੱਛੋ, ਸ਼ਾਇਦ ਜੇ ਕਿਤੇ ਉਹ ਖਰੜਾ ਸੰਭਾਲ ਕੇ ਰੱਖਿਆ ਹੋਵੇ। ਉਹ ਪ੍ਰੇਮੀ ਛੋਟੀ ਨਾਰੰਗਵਾਲ ਦਾ ਹੈ, ਜਿਹਦਾ ਨਾਮ ਵੀਰ ਸਿੰਘ ਸੀ ਤੇ ਹੁਣ ਉਹਦਾ ਪਰਿਵਾਰ ਲੁਧਿਆਣਾ ਮਾਲ ਟਾਊਨ 'ਚ ਰਹਿੰਦਾ ਹੈ। ਉਹਨਾਂ ਤੋਂ ਪਤਾ ਕਰੋ। ਜਦੋਂ ਲੁਧਿਆਣੇ ਜਾ ਕੇ ਉਹਨਾਂ ਪਾਸ ਸਾਰੀ ਗੱਲ ਦੱਸ ਕੇ ਉਸ ਲਿਖੀ ਪੁਸਤਕ ਨੂੰ ਦੇਖਣ ਦੀ ਮੰਗ ਕੀਤੀ ਤਾਂ ਉਹਨਾਂ ਨੇ ਕਈ ਦਿਨਾਂ ਦੀ ਖੋਜ ਤੋਂ ਬਾਅਦ ਉਹ ਖਰੜਾ ਲੱਭ ਹੀ ਲਿਆ ਤੇ ਰਾੜੇ ਸਾਹਿਬ ਆ ਕੇ ਦੇ ਗਏ।
ਜਦੋਂ ਉਹਦੇ ਦਰਸ਼ਨ ਕੀਤੇ ਤਾਂ ਉਹਦੀ ਲਿਖਤ ਜੋ ਸਿਆਹੀ ਉੱਡ ਕੇ ਮੱਧਮ ਹੋ ਚੁੱਕੀ ਸੀ ਤੇ ਕਾਗਜ਼ ਦਾ ਖਸਤਾਪਨ ਦੱਸ ਰਿਹਾ ਸੀ ਕਿ ਇਹਨੂੰ ਲਿਖਿਆਂ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਕਾਸ਼ ਉਸ ਸਮੇਂ ਦੀ ਲਿਖੀ ਹੋਈ ਇਹ ਅਮੋਲਕ ਪੁਸਤਕ ਅੱਜ ਤੱਕ ਕੇਵਲ ਕਦਰਦਾਨ ਤੋਂ ਬਿਨਾਂ ਲੱਕੜ ਦੀ ਅਲਮਾਰੀ ਜਾਂ ਟੀਨ ਦੇ ਸੰਦੂਕ ਦਾ ਹੀ ਸ਼ਿੰਗਾਰ ਬਣੀ ਰਹੀ। ਜਦੋਂ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਉਹ ਖਰੜਾ ਦੇਖਿਆ ਤਾਂ ਲੇਖਕ ਦੀ ਸ਼ਰਧਾ ਤੇ ਮਿਹਨਤ ਨੂੰ ਕਦਰ ਸ਼ਨਾਸ ਦ੍ਰਿਸ਼ਟੀ ਨਾਲ ਤੱਕ ਕੇ ਹਜ਼ੂਰ ਦੇ ਇਸ ਮਹਾਵਾਕ ਦੀ ਸਫਲਤਾ ਕਰਨ ਵਾਸਤੇ ਸੰਤਨ ਬਿਨ ਅਵਰ ਨਾ ਦਾਤਾ ਬੀਆ ਉਹਦੇ ਛਾਪਣ ਦਾ ਸਾਰਾ ਖਰਚਾ ਆਪਣੇ ਜਿੰਮੇ ਲੈ ਕੇ ਪ੍ਰੂਫ ਦੇਖਣ ਦੀ ਸੇਵਾ ਦਾਸ ਨੂੰ ਬਖਸ਼ ਦਿੱਤੀ। ਭਾਵੇਂ ਬੋਲੀ ਸਧਾਰਨ ਤੇ ਪੁਰਾਤਨ ਬਜ਼ੁਰਗੀ ਖਿਆਲ ਵਰਤੇ ਹਨ, ਪਰ ਦਾਸ ਨੇ ਉਸੇ ਤਰ੍ਹਾਂ ਹੂ-ਬਹੂ ਛਾਪਣ ਦਾ ਯਤਨ ਕੀਤਾ। ਆਪਣੇ ਵੱਲੋਂ ਕਿਸੇ ਵੀ ਅੱਖਰ ਨੂੰ ਅਦਲ-ਬਦਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਕੋਈ ਸ਼ਬਦ ਅਯੋਗ ਵੀ ਜਾਪਿਆ ਤਾਂ ਵੀ ਇਹ ਜਾਣ ਕੇ ਕਿ ਸ਼ਾਇਦ ਇਹਦੇ ਲੇਖਕ ਦੇ ਮਨ ਦਾ ਕੀ ਆਸ਼ਾ ਸੀ ਉਸੇ ਤਰ੍ਹਾਂ ਹੀ ਰਹਿਣ ਦਿੱਤਾ। ਫੋਟੋ ਦਾ ਬਲੌਕ ਤੇ ਛਪਾਈ ਸਮੇਤ ਜਲਦਾਂ ਬਣਵਾ ਕੇ ਜਿਸ ਉੱਪਰ 5,000 ਰੁਪਇਆ ਖਰਚ ਆ ਗਿਆ, ਇਹ ਹਨ ਮਹਾਂਪੁਰਸ਼ਾਂ ਦੇ ਪਰਉਪਕਾਰੀ ਜੀਵਨ ਦੇ ਕ੍ਰਿਸ਼ਮੇ, ਜਿੱਥੇ ਆਪ ਜੀ ਨੇ ਗੁਰਦੁਆਰੇ, ਧਰਮਸ਼ਾਲਾ, ਲਾਇਬ੍ਰੇਰੀਆਂ, ਸਕੂਲਾਂ, ਕਾਲਜਾਂ ਤੇ ਹੋਰ ਬੇਅੰਤ ਧਾਰਮਿਕ ਅਸਥਾਨਾਂ ਨੂੰ ਬਣਾਉਣ 'ਚ ਪੂਰਾ ਸਹਿਯੋਗ ਦਿੱਤਾ। ਬੇਅੰਤ ਯਤੀਮ ਬੱਚੇ ਕਿਤਾਬਾਂ, ਫੀਸ ਤੇ ਹੋਰ ਖਰਚਾ ਦੇ ਕੇ ਪੜ੍ਹਾਏ। ਉੱਥੇ ਕਿਸੇ ਗੁਣੀ ਨੂੰ ਵੀ ਪਾਸ ਆਇਆਂ ਨਿਰਾਸ਼ ਨਹੀਂ ਮੁੜਨ ਦਿੱਤਾ। ਸਾਧੂ ਬਾਣੇ ਦਾ ਖਾਸ ਆਦਰ ਕਰਦੇ ਰਹੇ, ਜਿਹਾ ਕਿ ਹਜ਼ੂਰ ਦੀ ਸ਼ੋਹਰਤ ਸੁਣ ਕੇ ਗਿਆਨੀ ਈਸ਼ਰ ਸਿੰਘ ਨਾਰਾਵੀ, ਕਰਤਾ ਰਾਜਾ ਜੋਗੀ ਜੀਵਨ, ਬਾਬਾ ਸਾਹਿਬ ਸਿੰਘ ਜੀ ਬੇਦੀ, ਊਨਾ ਸਾਹਿਬ ਤੇ ਇਤਿਹਾਸ ਬਾਬਾ ਸ੍ਰੀ ਚੰਦ ਤੇ ਲੇਖਕ ਦਿੱਲੀ ਨਿਵਾਸੀ ਪਿਛਲੇ ਸਾਲ 1970 ਦੀ ਜਨਵਰੀ 'ਚ ਸੰਤ ਜੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ ਤੇ ਆਪਣੀ ਲਿਖੀ ਪੁਸਤਕ ਵਿਸਾਖਨੀ ਕੱਤਕ ਦਾ ਖਰੜਾ ਹਜ਼ੂਰ ਨੂੰ ਦਿਖਾ ਕੇ ਆਪਣੇ ਵੱਲੋਂ ਛਾਪਣ ਦੀ ਅਸਮਰਥਤਾ ਪ੍ਰਗਟ ਕੀਤੀ ਤਾਂ ਲਾਲਾਂ ਦੀ ਕਦਰ ਕਰਨ ਵਾਲੇ ਸਾਲਸ ਰਾਏ ਜੌਹਰੀ ਵਾਂਗੂ ਉਹਦੀ ਕਲਮ ਦਾ ਸਤਿਕਾਰ ਕਰਦਿਆਂ ਜਿੰਨੇ ਪੈਸਿਆਂ ਦੀ ਉਹਨੇ ਮੰਗ ਕੀਤੀ, ਉਸ ਪੁਸਤਕ ਦੀ ਸਮੇਤ ਜਲਦਾਂ ਦੇ ਮੁਕੰਮਲ ਛਪਾਈ ਦਾ ਖਰਚਾ 2500 ਰੁਪਇਆ ਹਜ਼ੂਰ ਨੇ ਆਪ ਦਿੱਤਾ। ਉਹਦੇ ਮੁਕੰਮਲ ਹੋ ਕੇ ਮਾਰਕੀਟ 'ਚ ਆ ਜਾਣ ਤੋਂ ਬਾਅਦ ਐਤਕੀ ਦੇ ਸਾਲ ਉਹਨੇ ਇੱਕ ਹੋਰ ਪੁਸਤਕ ਦਾ ਖਰੜਾ ਸ੍ਰੀ ਕਲਗੀਧਰ ਪਾਤਸ਼ਾਹ ਜੀ ਦਾ ਜਫਰਨਾਮਾ ਤੇ ਸਫਰਨਾਮਾ ਲਿਆ ਕੇ ਅਰਜ਼ ਕੀਤੀ, ਮਹਾਰਾਜ ਆਪ ਹੋਰ ਵੀ ਬਖਸ਼ਿਸ਼ ਕਰ ਦਿਓ ਤਾਂ ਕਿ ਮੇਰੀ ਇਹ ਚਿਰਾਂ ਦੀ ਲਿਖੀ ਪੁਸਤਕ ਵੀ ਛਪ ਜਾਵੇ। ਮੇਰੇ ਪਾਸ ਇਹਦੇ ਛਪਾਉਣ ਦੀ ਸਮਰੱਥਾ ਨਹੀਂ। ਸੰਤ ਜੀ ਮਹਾਰਾਜ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਰਬੰਸ ਦਾਨੀ ਦੇ ਅਮੁੱਲੜੇ ਤੇ ਅਲੌਕਿਕ ਜੋਜਾਂ ਨੂੰ ਸਿੱਖ ਸੰਗਤਾਂ ਦੇ ਲਾਭ ਹਿੱਤ ਛਾਪੇ ਜਾਣ ਦੀ ਆਗਿਆ ਬਖਸ਼ ਦਿੱਤੀ। ਹੁਣ ਉਹ ਪੁਸਤਕ ਛਪ ਰਹੀ ਹੈ ਤੇ ਛੇਤੀ ਮਾਰਕੀਟ 'ਚ ਆ ਜਾਏਗੀ। ਇਹ ਆਪ ਜੀ ਦੇ ਦਿਆਲੂ ਤੇ ਪਰਉਪਕਾਰੀ ਸੁਭਾਅ ਦਾ ਪ੍ਰਤੱਖ ਸਬੂਤ ਜੋ ਕਿਸੇ ਹੋਰ ਦੁਨਿਆਵੀ ਰਾਜੇ, ਮਹਾਰਾਜੇ, ਸੇਠ, ਸ਼ਾਹੂਕਾਰਾਂ, ਸਰਦਾਰਾਂ ਦੇ ਆਮ ਡੇਰੇਦਾਰ ਸਾਧੂਆਂ 'ਚ ਨਹੀਂ ਦੇਖੀਦਾ।